Hello and welcome, my dear students, to Mentor Diljit's Tech Academy. I hope you have seen that part 1 video and you have completed your header section coding. Now let's continue the section 2 and complete our web page design. ਸੋ ਟਿਲ ਲੈਸਨ 1 ਅਸੀਂ ਡਿਜ਼ਾਈਨ ਕਰ ਚੁੱਕੇ ਹਾਂ ਆਪਣੀ ਵੈਬਸਾਈਟ ਦਾ ਹੈਡਰ ਸੈਕਸ਼ਨ। ਇਹ ਸਾਰਾ ਕੰਮ ਅਸੀਂ ਪਾਰਟ 1 ਦੀ ਵੀਡੀਓ ਦੇ ਵਿੱਚ ਕਰ ਚੁੱਕੇ ਹਾਂ ਔਰ ਅੱਜ ਅਸੀਂ ਪਾਰਟ 2 ਦੀ ਵੀਡੀਓ ਦੇ ਵਿੱਚ ਬਾਕੀ ਦਾ ਸੈਕਸ਼ਨ ਜਿਸ ਦੇ ਵਿੱਚ ਕਿ ਇੰਟਰੋਡਕਸ਼ਨ ਆਏਗੀ ਐਂਡ ਦੈਨ ਫਰਦਰ ਸੈਕਸ਼ਨ ਦੇ ਵਿੱਚ ਦੋ ਪਾਰਟਸ ਹੋਣਗੇ ਜਿਸ ਨੂੰ ਅਸੀਂ ਲੈਫਟ ਔਰ ਰਾਈਟ ਸਾਈਡ ਦੇ ਉੱਪਰ ਅਸਾਈਨ ਕਰਾਂਗੇ ਦੈਨ ਫੁਟਰ ਸੈਕਸ਼ਨ ਡਿਜ਼ਾਈਨ ਕਰਾਂਗੇ। ਸੋ ਲੈਟਸ ਸਟਾਰਟ VS ਕੋਡ ਔਰ VS ਕੋਡ ਦੇ ਵਿੱਚ ਜਿੱਥੇ ਅਸੀਂ ਲੈਫਟ ਕੀਤਾ ਸੀ ਆਫਟਰ ਦ ਨੈਵੀਗੇਸ਼ਨ ਬਾਰ ਉਸ ਤੋਂ ਬਾਅਦ ਅਸੀਂ ਇੱਕ ਨਵਾਂ ਸੈਕਸ਼ਨ ਐਡ ਕਰ ਰਹੇ ਹਾਂ ਜੋ ਕਿ ਹੋਏਗਾ ਇੰਟਰੋ ਸੈਕਸ਼ਨ। ਇਸ ਇੰਟਰੋਡਕਸ਼ਨ ਦੇ ਸੈਕਸ਼ਨ ਦੇ ਵਿੱਚ ਸਾਡੇ ਕੋਲ ਇੱਕ ਹੋਏਗਾ ਹੈਡਿੰਗ ਔਰ ਇਸ ਹੈਡਿੰਗ ਦੇ ਵਿੱਚ ਅਸੀਂ ਜੋ ਕੰਟੈਂਟ ਲਿਖਣਾ ਚਾਹੁੰਦੇ ਹਾਂ ਉਹ ਹੈ ਡੂ ਯੂ ਵਾਂਟ ਟੂ ਲਰਨ ਵੈਬ ਡਿਵੈਲਪਮੈਂਟ। ਇਹ ਹੋਏਗਾ ਹੈਡਿੰਗ ਔਰ ਇਹ ਹੋਏਗਾ ਸਾਡੇ ਕੋਲ ਕੰਟੈਂਟ। I'm going to copy this header. So paragraph भी copy करके paste कर लवांगे, paste in your coding section. So ਇਹ ਹੋ ਗਿਆ paragraph. Yes. Now the job is to style this part. So ਇਸ ਨੂੰ style ਕਰਨ ਦੇ ਲਈ ਅਸੀਂ ਆਪਣੀ style ਦੀ file style.css ਉਸ ਦੇ ਵਿੱਚ ਜਾਵਾਂਗੇ ਔਰ intro id ਨੂੰ style ਕਰਨਾ start ਕਰਾਂਗੇ ਔਰ ਸਭ ਤੋਂ ਪਹਿਲੇ ਇਹਦੇ ਵਿੱਚ background set ਕਰਦੇ ਹਾਂ। ਸੋ ਬੈਕਗ੍ਰਾਉਂਡ ਜੋ ਹੈ ਤੁਸੀਂ ਦੇਖਿਆ ਹੋਵੇਗਾ ਕਿ ਇਹਦੇ ਵਿੱਚ ਵੀ ਅਸੀਂ ਲੀਨੀਅਰ ਗ੍ਰੇਡੀਐਂਟ ਹੀ ਯੂਜ਼ ਕੀਤਾ ਹੈ ਜਿਸ ਤਰ੍ਹਾਂ ਕਿ ਅਸੀਂ ਆਪਣੀ ਪੂਰੀ ਵੈਬਸਾਈਟ ਦੇ ਵਿੱਚ ਲੀਨੀਅਰ ਗ੍ਰੇਡੀਐਂਟ ਯੂਜ਼ ਕਰਦੇ ਆਏ ਹਾਂ ਬਟ ਇਸ ਸੈਕਸ਼ਨ ਦੇ ਵਿੱਚ ਅਸੀਂ ਸਿਰਫ ਇੱਕ ਹੀ ਕਲਰ ਯੂਜ਼ ਕਰ ਰਹੇ ਹਾਂ ਦੈਟ ਇਜ਼ ਓਨਲੀ ਬਲੂ। ਸੋ ਵੀ ਕੈਨ ਓਨਲੀ ਯੂਜ਼ ਬੈਕਗ੍ਰਾਉਂਡ ਕਲਰ ਮੈਂਸ਼ਨ ਕਰ ਦਈਏ ਜਾਂ ਫਿਰ ਦੋਨੋਂ ਵਾਰ ਹੀ ਅਸੀਂ ਸੇਮ ਕਲਰ ਨੂੰ ਮੈਂਸ਼ਨ ਕਰ ਦਿੰਦੇ ਹਾਂ ਲੀਨੀਅਰ ਗ੍ਰੇਡੀਐਂਟ ਦੇ ਨਾਲ। ਸੋ ਇਸ ਤਰ੍ਹਾਂ ਬੈਕਗ੍ਰਾਉਂਡ ਦੇ ਵਿੱਚ ਇਹ ਕਲਰ ਆ ਗਿਆ ਹੈ। ਇੰਟਰੋਡਕਸ਼ਨ ਔਰ ਮੈਨੂ ਦੇ ਵਿੱਚ ਕੋਈ ਮਾਰਜਨ ਨਹੀਂ ਹੈ। ਸਭ ਤੋਂ ਪਹਿਲੇ ਇਸ ਮਾਰਜਨ ਨੂੰ ਹਟਾਵਾਂਗੇ ਔਰ ਪੈਡਿੰਗ ਵੈਲਿਊ ਨੂੰ ਸੈੱਟ ਕਰਾਂਗੇ। ਸੋ ਮਾਰਜਨ ਨੂੰ 0 ਕਰ ਦਿੰਦੇ ਹਾਂ। ਮਾਰਜਨ is set to be 0 ਪਿਕਸਲ। ਪੈਡਿੰਗ ਦੀ ਵੈਲਿਊ ਨੂੰ ਅਸੀਂ 5 ਪਿਕਸਲ ਕਰਕੇ ਦੇਖਦੇ ਹਾਂ। ਲੈਟਸ ਚੈੱਕ ਟਾਈਲ ਆਰ ਹੈਡਰ 3। ਸੋ ਹੈਡਿੰਗ ਜੋ ਅਸੀਂ ਲਗਾਇਆ ਹੈ ਹੁਣ ਅਸੀਂ ਉਸ ਨੂੰ ਤੇ ਪੈਰਾਗ੍ਰਾਫ ਨੂੰ ਸਟਾਈਲ ਕਰਨਾ ਹੈ। ਸੋ ਇੰਟਰੋ ਦੇ ਅੰਦਰ ਅਸੀਂ H3 ਯੂਜ਼ ਕੀਤਾ ਹੈ। ਉਸ ਨੂੰ ਸਟਾਈਲ ਕਰਨ ਦੇ ਲਈ ਸਭ ਤੋਂ ਪਹਿਲੇ ਅਸੀਂ ਉਸ ਦਾ ਫੌਂਟ ਸਾਈਜ਼ ਔਰ ਫੌਂਟ ਕਲਰ ਚੇਂਜ ਕਰਨਾ ਹੈ। ਸੋ ਫੌਂਟ ਸਾਈਜ਼ ਇਸ ਨੂੰ ਮੈਂ ਸੈੱਟ ਕਰ ਰਹੀ ਹਾਂ 40 ਪਿਕਸਲ। ਲੈਟਸ ਗਿਵ ਇਟ ਕਲਰ ਗ੍ਰੇ। ਫੌਂਟ weight ਦੀ ਵੈਲਿਊ ਨੂੰ ਨਾਰਮਲ ਕਰਾਂਗੇ। ਸੋ ਫੌਂਟ weight ਇਜ਼ ਨਾਰਮਲ। ਸੋ ਇਹ ਸਾਡੇ H3 ਦਾ ਸਟਾਈਲ ਹੈ। ਲੈਟਸ ਚੈੱਕ ਦਿਸ। Yes, do you want to learn web development? Now it looks better. Font size, yes, might be if you think it is bigger, you can change it. ਇਸ ਦੇ ਨਾਲ ਹੀ ਅਸੀਂ ਜੋ ਇੰਟਰੋ ਦੇ ਅੰਦਰ ਪੈਰਾਗ੍ਰਾਫ ਲਿਖਿਆ ਸੀ ਉਸ ਨੂੰ ਸਟਾਈਲ ਕਰਾਂਗੇ। ਉਸ ਨੂੰ ਸਟਾਈਲ ਕਰਨ ਲਈ #intro p ਯੂਜ਼ ਕਰਾਂਗੇ। #intro p it means introduction ਦੇ ਅੰਦਰ ਜੋ ਪੈਰਾਗ੍ਰਾਫ ਹੈ ਉਸ ਨੂੰ ਸਟਾਈਲ ਕਰ ਰਹੇ ਹਾਂ। Font size property, let's give it 20 pixel size and change its color to gray. And also give it some alignment, text align, justify. Now let's check the output. So ਇਹ ਹੋਗੀ text alignment ਔਰ ਇਹ ਸਾਡਾ paragraph style ਹੋ ਗਿਆ। Now let's come to the next part ਜਿਸ ਦੇ ਵਿੱਚ ਅਸੀਂ left sidebar ਔਰ right sidebar create ਕਰਨੀ ਹੈ। So left sidebar ਔਰ right sidebar ਅਸੀਂ ਜਿਸ page ਦੇ ਉੱਪਰ create ਕਰਨੀ ਹੈ after the introduction. So let's create two bars. So ਦੋ ID create ਕਰ ਰਹੇ ਹਾਂ। One is left sidebar and another is right sidebar. ਸਭ ਤੋਂ ਪਹਿਲੇ ਇਹਨਾਂ ਨੂੰ ਕ੍ਰੀਏਟ ਕਰ ਲੈਂਦੇ ਹਾਂ। ਆਫਟਰ ਦੈਟ ਵੀ ਵਿਲ ਪੁੱਟ ਸਮ ਟੈਕਸਟ ਇਨਸਾਈਡ ਦਿਸ। ਸੋ ਨੈਕਸਟ ਇਜ਼ ਰਾਈਟ ਸਾਈਡ ਬਾਰ। ਇਹਨਾਂ ਦੇ ਵਿੱਚ ਕੁਝ ਕਾਮਨ ਪ੍ਰੋਪਰਟੀਜ਼ ਹੋਣਗੀਆਂ ਜਿਨ੍ਹਾਂ ਨੂੰ ਅਸੀਂ ਸੇਮ ਕਲਾਸ ਅਸਾਈਨ ਕਰ ਦਾਂਗੇ ਔਰ ਫॉर ਐਗਜ਼ਾਮਪਲ ਮੈਂ ਇਹਨਾਂ ਨੂੰ ਇੱਕ ਕਲਾਸ ਅਸਾਈਨ ਕਰ ਰਹੀ ਹਾਂ। ਦਿਸ ਇਜ਼ ਸਾਈਡ ਬਾਰ ਔਰ ਇਹ ਕਾਮਨ ਹੋਏਗੀ। ਜੋ ਕਾਮਨ ਪ੍ਰੋਪਰਟੀਜ਼ ਹੋਣਗੀਆਂ ਉਹ ਅਸੀਂ ਇਸ ਕਲਾਸ ਦੇ ਵਿੱਚ ਸਪੈਸੀਫਾਈ ਕਰ ਦਾਂਗੇ। ਜੋ ਡਿਫਰੈਂਟ ਪ੍ਰੋਪਰਟੀਜ਼ ਹੋਣਗੀਆਂ ਉਹ ਅਸੀਂ ਆਈਡੀ ਦੇ ਨਾਲ ਸਪੈਸੀਫਾਈ ਕਰਾਂਗੇ ਔਰ ਜੋ ਕਾਮਨ ਕੰਟੈਂਟ ਹੋਏਗਾ ਉਹ ਅਸੀਂ ਸਾਈਡ ਬਾਰ ਕਲਾਸ ਦੇ ਅੰਦਰ ਸਟਾਈਲ ਕਰਾਂਗੇ। ਸੋ ਇਸ ਦੇ ਅੰਦਰ ਵੀ ਸਿਮਿਲਰਲੀ ਅਸੀਂ ਕੋਈ ਹੈਡਿੰਗ ਲਗਾ ਦਿੰਦੇ ਹਾਂ H3 and after that H3 we will have some list. ਸੋ ਉਹ ਅਸੀਂ unordered list use ਕਰਾਂਗੇ ਔਰ ਉਸ ਲਿਸਟ ਦੇ ਅੰਦਰ ਸਾਡੇ ਕੋਲ ਕੁਝ ਹਾਈਪਰਲਿੰਕ ਨੇ। there are some hyperlinks ਔਰ ਅਸੀਂ ਇਸ ਤਰ੍ਹਾਂ ਦੀ ਕੁਝ ਲਿਸਟ ਕ੍ਰੀਏਟ ਕਰਨੀ ਹੈ। let's copy our text. there is go to web basics HTML lessons. yes, there are different things that we have to link. H3 ਦੇ ਅੰਦਰ ਲਿਖ ਰਹੇ ਹਾਂ go to ਔਰ list item ਦੇ ਵਿੱਚ ਅਸੀਂ entry ਕਰ ਰਹੇ ਹਾਂ different parts ਦੇ ਨਾਲ web basics. so I'm going to add 5-6 items here. 6 items ਮੈਂ ਇਸ ਜਗ੍ਹਾ ਦੇ ਉੱਪਰ ਐਡ ਕਰ ਦਿੱਤੀਆਂ ਨੇ। ਸੋ ਇਹ ਸਾਡੇ ਕੋਲ ਲੈਫਟ ਸਾਈਡ ਬਾਰ ਆ ਗਈ। ਸਿਮਿਲਰਲੀ ਰਾਈਟ ਸਾਈਡ ਬਾਰ ਦੇ ਉੱਪਰ ਵੀ ਅਸੀਂ ਕੁਝ ਸਿਮਿਲਰ ਜਿਹਾ ਕਰਾਂਗੇ ਔਰ ਇਸੇ ਲਈ ਮੈਂ ਇਹਨੂੰ ਕਾਪੀ ਕਰਕੇ ਰਾਈਟ ਸਾਈਡ ਬਾਰ ਦੇ ਵਿੱਚ ਐਡ ਕਰ ਰਹੀ ਹਾਂ ਔਰ right side bar ਦੇ ਵਿੱਚ ਜੋ content ਹੈ then why us we have to give some reasons. let's specify why us and now give some reasons here. available on laptop, tablets, phone and personal computers. So this is the first reason that why you should learn web basics from us.
Second reason is learning at own pace. Another thing is we have YouTube lessons available, curriculum, and the last reason is simple and easy explanation. So let's copy this one as well. Simple and easy explanation. I hope you all will agree with this. और right sidebar ਦੇ ਅੰਦਰ content ਲਿਖਣ ਤੋਂ ਬਾਅਦ now let's check the output. ये इस पर ही left और side ਨੂੰ align ਨਹੀਂ ਕਰ ਰਹੀ. We need to style this. ਸੋ ਸਟਾਈਲ ਫਾਈਲ ਦੇ ਉੱਪਰ ਪਹੁੰਚਦੇ ਹਾਂ। ਸਭ ਤੋਂ ਪਹਿਲੇ ਕੁਝ ਕਾਮਨ ਪ੍ਰੋਪਰਟੀਜ਼ ਨੂੰ ਸਟਾਈਲ ਕਰਨ ਦੇ ਲਈ ਅਸੀਂ ਕਾਮਨ ਕਲਾਸ ਜੋ ਸਾਈਡ ਬਾਰ ਲਈ ਹੈ ਇਸ ਨੂੰ ਸਟਾਈਲ ਕਰਨਾ ਸਟਾਰਟ ਕਰਦੇ ਹਾਂ। ਸੋ ਇਸ ਦੀ ਹਾਈਟ ਸਪੈਸੀਫਾਈ ਕਰਦੇ ਹਾਂ ਕਿਉਂਕਿ ਇਹ ਦੋਨੋਂ ਸੈਕਸ਼ਨਸ ਦੀ ਕਾਮਨ ਹਾਈਟ ਹੈ। So I'm going to give it some height. Let's give it 400 pixel and also give it some width. So width भी ਅਸੀਂ pixel च भी specify कर सकते हैं but I would specify here width with some percentage. So percentage ਦੇ ਨਾਲ specify करेंगे. For example, I'm going to give here 49%. So it means 49% area of this section. अगर ये पूरा नहीं आ रहा then you can reduce it to 48% as well. सो 48% ਦੇ ਨਾਲ ਦੇਖਾਂਗੇ ਕਿ ਲੈਫਟ ਔਰ ਸਾਈਡ ਦੇ ਉੱਪਰ ਲਾਈਨ ਕਰ ਰਿਹਾ ਹੈ ਕਿ ਨਹੀਂ ਔਰ ਇਸ ਦੇ ਨਾਲ ਹੀ ਅਸੀਂ ਸਾਈਡ ਬਾਰਸ ਨੂੰ ਕੁਝ ਬਾਰਡਰ ਵੀ ਸਪੈਸੀਫਾਈ ਕਰਦੇ ਹਾਂ ਸੋ ਦੈਟ ਵੀ ਕੈਨ ਚੈੱਕ ਵੇਅਰ ਇਟ ਇਜ਼ 1 ਪਿਕਸਲ ਸੋਲਿਡ ਗ੍ਰੇ ਕਲਰ ਦਾ ਬਾਰਡਰ ਇਸ ਦੇ ਨਾਲ ਇਸ ਦੀ ਬੈਕਗ੍ਰਾਉਂਡ ਵੀ ਸੈੱਟ ਕਰਦੇ ਹਾਂ ਐਜ਼ ਯੂ ਨੋ ਕਿ ਅਸੀਂ ਲੀਨੀਅਰ ਗ੍ਰੇਡੀਐਂਟ ਹੀ ਯੂਜ਼ ਕੀਤਾ ਹੈ ਸੋ ਲੀਨੀਅਰ ਗ੍ਰੇਡੀਐਂਟ ਹੀ ਯੂਜ਼ ਕਰਾਂਗੇ ਅਗੇਨ ਸੋ ਵੀ ਹੈਵ ਲੀਨੀਅਰ ਗ੍ਰੇਡੀਐਂਟਸ ਦਿਸ ਇਜ਼ ਦ ਕਲਰ combination. Yes, this is ready, but yes, a color combination sky blue and then cream है. So just vice versa, थोड़ा colors ਨੂੰ change करना पड़ेगा. So I will change the position of these colors. So पहले blue लिखांगे, उस तो बाद ਅਸੀਂ cream color ਨੂੰ specify ਕਰਾਂਗੇ. Looks better. Cream color here for the border. तो ਅਸੀਂ border ਦਾ color change ਕਰਾਂਗੇ ਔਰ margin ਵੀ specify ਕਰਾਂਗੇ ਇਸ section ਦੇ ਅੰਦਰ and padding value set ਕਰਾਂਗੇ. ਸੋ ਸਭ ਤੋਂ ਪਹਿਲੇ ਤਾਂ ਬਾਰਡਰ ਦਾ ਕਲਰ ਚੇਂਜ ਕਰਦੇ ਹਾਂ ਸੋ ਜਿੱਥੇ ਅਸੀਂ ਬਾਰਡਰ ਦਾ ਗ੍ਰੇ ਕਲਰ ਲਿਖਿਆ ਸੀ ਨਾਓ ਆਈ ਐਮ ਗੋਇੰਗ ਟੂ ਚੇਂਜ ਦਿਸ ਟੂ ਕਰੀਮ ਕਲਰ ਸੋ ਇਸ ਨੂੰ ਅਸੀਂ ਕਰੀਮ ਕਲਰ ਦੇ ਨਾਲ ਚੇਂਜ ਕਰ ਦਿੱਤਾ ਔਰ ਬਾਰਡਰ ਰੇਡੀਅਸ ਵੀ ਸਪੈਸੀਫਾਈ ਕਰਦੇ ਹਾਂ ਬਾਰਡਰ ਰੇਡੀਅਸ ਇਜ਼ 20 ਪਿਕਸਲ ਸੋ ਬਾਰਡਰ ਰੇਡੀਅਸ ਦੇ ਨਾਲ ਇਸ ਦੇ ਜੋ ਕਾਰਨਰਸ ਨੇ ਉਹ ਰਾਉਂਡ ਹੋ ਜਾਣਗੇ ਯੈਸ ਯੂ ਕੈਨ ਸੀ these corners are round left और right set ਕਰਨ ਲਈ ਹੁਣ ਅਸੀਂ left side bar ਦੇ ਉੱਪਰ ਕੋਡਿੰਗ ਕਰਨੀ ਸਟਾਰਟ ਕਰਦੇ ਹਾਂ left side bar ਨੂੰ ਸਟਾਈਲ ਕਰਾਂਗੇ left side bar ਦੇ ਵਿੱਚ ਸਭ ਤੋਂ ਪਹਿਲੇ ਅਸੀਂ ਇਹਨੂੰ left side ਦੇ ਉੱਪਰ float ਕਰਵਾ ਲੈਂਦੇ ਹਾਂ so float left ਔਰ similarly ਜੋ ਸਾਡੀ right side bar ਹੈ ਉਸ ਨੂੰ ਅਸੀਂ right side ਵੱਲ float ਕਰਾ ਲਾਂਗੇ So ਉਸ ਦੇ ਲਈ ਅਸੀਂ use ਕਰਾਂਗੇ float property as you know we have used this property many times in our lessons so ਦੋਨਾਂ ਨੂੰ ਅਸੀਂ left ਔਰ right ਦੇ ਉੱਪਰ float ਕਰਵਾ ਲਿਆ ਹੈ now you can see there is a gap so ਇਸ gap ਨੂੰ ਕੱਟ ਕਰਨ ਦੇ ਲਈ reduce ਕਰਨ ਦੇ ਲਈ what we can do is ਕਿ ਜਿੱਥੇ ਅਸੀਂ 48% ਦਿੱਤਾ ਸੀ I can give here 49% so now this is taking 49% area that's okay and now we need to specify some margin सो मार्जिन जो है वो ਅਸੀਂ ਸਪੈਸੀਫਾਈ ਕਰ ਦਾਂਗੇ ਸਾਈਡ ਬਾਰਸ ਦੇ ਅੰਦਰ तो टॉप तो जो मार्जिन चाहिए है लेट्स assume I'm going to give it top margin top and bottom 7 pixel and similarly left right का जो margin है मैं उसको 5 pixel ही set कर रही हूँ yes this is our page now we have some margin value yes it looks better now सो ਹੁਣ ਸਾਡੇ ਸਟਾਈਲਿੰਗ ਦੇ ਵਿੱਚ ਹੈ ਬੇਸਿਕਲੀ ਟੈਕਸਟ ਨੂੰ ਚੇਂਜ ਕਰਨਾ ਐਂਡ ਹਾਈਪਰਲਿੰਕਸ ਨੂੰ ਸਟਾਈਲ ਕਰਨਾ ਜੋ ਸਾਡਾ ਟੈਕਸਟ ਹੈ ਦਿਸ ਇਜ਼ ਵੈਰੀ ਕਲੋਜ਼ ਟੂ ਦਿਸ ਲਾਈਨ ਸੋ ਇਸ ਨੂੰ ਚੇਂਜ ਕਰਦੇ ਹਾਂ ਪੈਡਿੰਗ ਵੈਲਿਊ ਸੈੱਟ ਕਰਕੇ ਸੋ ਗਿਵ ਸਮ ਪੈਡਿੰਗ ਵੈਲਿਊ सो पैडिंग वैल्यू जो है मैं टॉप बॉटम तो 10 पिक्सल और लेफ्ट राइट तो थोड़ी सी ज़्यादा सेट कर रही हाँ दिस इज 30 पिक्सल बट नाउ लाइक देयर इज अ लॉट ऑफ गैप क्योंकि जो 40 पिक्सल असी ऐड जो 30 पिक्सल असी ऐड किया लेफ्ट राइट ते 60 पिक्सल एंड 60 पिक्सल ऑन दिस साइड बार साडी विड्थ जो सी वो इंक्रीज हो गई सो आइदर वी कैन चेंज इट्स विड्थ इसनों होर रिड्यूस कर लीए अनदर प्रॉपर्टी दैट वी कैन यूज इज कि अगर असी 49% ही रखना है ਤਾਂ ਅਸੀਂ ਇਹਦੇ 'ਚ ਇੱਕ ਹੋਰ ਪ੍ਰੋਪਰਟੀ ਸੈੱਟ ਕਰ ਸਕਦੇ ਹਾਂ ਉਹ ਹੈ ਬਾਕਸ ਸਾਈਜ਼ਿੰਗ ਇਟ ਮੀਨਸ ਕਿ ਸਾਡੇ ਕੋਲ ਪੈਡਿੰਗ ਵਗੈਰਾ ਸੈੱਟ ਕਰਨ ਤੋਂ ਬਾਅਦ ਵੀ ਸਾਡੀ ਜੋ ਇਨਕਲੂਡਿੰਗ ਦੈਟ 49% ਹੋਣਾ ਚਾਹੀਦਾ ਹੈ ਸੋ ਬਾਕਸ ਸਾਈਜ਼ਿੰਗ ਜੋ ਪ੍ਰੋਪਰਟੀ ਹੈ ਉਸ ਨੂੰ ਅਸੀਂ ਬਾਰਡਰ ਬਾਕਸ ਸੈੱਟ ਕਰ ਦਿੰਦੇ ਹਾਂ ਨਾਓ ਯੂ ਵਿਲ ਸੀ ਯੈਸ our content is there और जो width है वो automatically set हो गई है now let's style our h3 header 3 in our sidebar उस दे लिए ਅਸੀਂ sidebar और h3 ਨੂੰ style ਕਰਾਂਗੇ so ਇਸ ਦਾ color change करना है as you all know इसका color जो है वो grey है और font ਦਾ size change करना है
सो फॉन्ट दा साइज जो है आई एम गोइंग टू सेट इट 25 पिक्सल। लेट्स स्टाइल आर लिस्ट जो ਅਸੀਂ ਅਨਆਰਡਰ ਲਿਸਟ ਕ੍ਰੀਏਟ ਕੀਤੀ ਹੈ ਸਾਈਡ ਬਾਰ ਦੇ ਅੰਦਰ। ਸੋ ਡਾਟ ਸਾਈਡ ਬਾਰ ਦੇ ਅੰਦਰ ਅਸੀਂ ਜੋ ਅਨਆਰਡਰ ਲਿਸਟ ਕ੍ਰੀਏਟ ਕੀਤੀ ਹੈ ਨਾਓ ਵੀ ਨੀਡ ਟੂ ਸਟਾਈਲ ਦੈਟ ਲਿਸਟ। ਸੋ ਇਸ ਤੋਂ ਲਿਸਟ ਤੋਂ ਸਭ ਤੋਂ ਪਹਿਲੇ ਜੋ ਸਟਾਈਲ ਹੈ ਉਹ ਲਿਸਟ ਸਟਾइल टाइप ਉਹ ਸਟਾਈਲ ਹਟਾਵਾਂਗੇ, ਉਸ ਦੇ ਲਈ ਅਸੀਂ ਨਨ ਕਰ ਦਾਂਗੇ ਸੋ ਦੈਟ ਜੋ ਡਾਟਸ ਆ ਰਹੇ ਸੀ ਉਹ ਹਟ ਜਾਣਗੇ। ਲਿਸਟ ਸਟਾइल टाइप ਇਜ਼ ਨਨ। ਔਰ ਫਰਦਰ ਇਸ ਲਿਸਟ ਆਈਟਮ ਦੇ ਜੋ ਲਿੰਕਸ ਹੈ ਅਸੀਂ ਉਹਨਾਂ ਨੂੰ ਸਟਾਈਲ ਕਰਨਾ ਹੈ ਅਨਆਰਡਰਡ ਲਿਸਟ ਦੇ ਅੰਦਰ ਲਿਸਟ ਆਈਟਮ ਐਂਡ ਦੈਨ ਐਂਕਰ ਟੈਗ ਦੇ ਨਾਲ ਲਗਾਏ ਨੇ। ਸੋ ਇਸ ਦੇ ਲਈ ਅਸੀਂ ਇਹਦੀ ਟੈਕਸਟ ਡੈਕੋਰੇਸ਼ਨ ਨਨ ਕਰਾਂਗੇ, ਅੰਡਰਲਾਈਨ ਦੀ ਜੋ ਲਾਈਨ ਹੈ ਉਹ ਹਟ ਜਾਏ। और इसका भी फॉन्ट साइज चेंज करते हैं, फॉन्ट साइज चेंज it to 22 pixel and let's check its size। we can change the size of this h3 ਨੂੰ ਥੋੜਾ ਜਿਹਾ ਲਾਰਜ ਕਰ ਦਿੰਦੇ ਹਾਂ 25 ਪਿਕਸਲ ਤੋਂ I'm going to change it to 28 ਪਿਕਸਲ। font color change ਕਰਦੇ ਹਾਂ text ਦਾ ਕਲਰ। so ਇਸ ਦੇ ਕਲਰ ਨੂੰ I'm going to give it some value gray। now let's check our output। we can also set line height 22 पिक्सल ਦਾ ਜੋ ਸਾਈਜ਼ ਹੈ ਉਸ ਤੋਂ ਬਾਅਦ ਅਸੀਂ line height ਐਡ ਕਰ ਦਿੰਦੇ ਹਾਂ for 10 ਪਿਕਸਲ। let's check this is quite close so ਇਸ ਲਈ ਇਸ ਨੂੰ ਥੋੜਾ ਜਿਹਾ ਦੂਰ ਕਰਦੇ ਹਾਂ line height let's change it to 30 ਪਿਕਸਲ। so line height ਨੂੰ ਅਸੀਂ 30 ਪਿਕਸਲ ਸੈੱਟ ਕਰ ਦਿੱਤਾ ਹੈ। ਉਸ ਤੋਂ ਬਾਅਦ ਜੋ ਨੈਕਸਟ ਚੀਜ਼ ਮੈਨੂੰ ਲੱਗ ਰਹੀ ਹੈ ਜੋ ਸਾਨੂੰ ਸੈੱਟ ਕਰਨੀ ਚਾਹੀਦੀ ਹੈ now is that is hover effect on our anchor tag। hover effect ਸਾਨੂੰ ਆਪਣੀ ਸਾਈਡ ਬਾਰਸ ਦੇ ਉੱਪਰ ਐਡ ਕਰਨ ਦੀ ਜ਼ਰੂਰਤ ਹੈ। ਸੋ ਹੋਵਰ ਇਫੈਕਟ ਐਡ ਕਰਨ ਦੇ ਲਈ ਅਸੀਂ ਇਹਦੇ ਉੱਪਰ ਜਦੋਂ ਹੋਵਰ ਕਰੀਏ ਐਟ ਦੈਟ ਟਾਈਮ what we need to do। ਸੋ ਹੋਵਰ ਕਰਨ ਤੇ I want to change its color। let's change its color to black or dark gray। so I'll use dark gray। I'm going to give it some black value। now let's change its font size as well। so make its font size little bigger। earlier we had given 22 pixel, now I'm going to give it 23 pixel and also going to change its font weight। so I'm going to make it bold। yes I guess कि अगर ਅਸੀਂ ਇੱਥੇ dark gray ਜਾਂ ਕੋਈ ਹੋਰ ਕਲਰ ਵੀ ਦਿੰਦੇ change ਕਰਾਂਗੇ even then it will look nice। so this is all your choice what you want to do, or you want to change it to dark blue so you can do that। now the thing is that you have to add some kind of image here। ਇਸ image ਨੂੰ add ਕਰਨ ਲਈ left sidebar और right sidebar ਤੇ ਅਸੀਂ different image add ਕੀਤੀ ਹੈ। so let's style our left sidebar then unordered list and its list item। so left sidebar ਦੀ ਜੋ ਸਾਡੇ ਕੋਲ unordered list ਦੇ ਅੰਦਰ list item ਹੈ we have to style that। ਸਭ ਤੋਂ ਪਹਿਲੇ ਅਸੀਂ ਉਸ ਦੇ ਲਈ ਲਿਸਟ ਸਟਾਈਲ ਇਮੇਜ ਯੂਜ਼ ਕਰਾਂਗੇ ਔਰ I have that image ਉਸ ਨੂੰ ਅਸੀਂ URL ਚ ਸਪੈਸੀਫਾਈ ਕਰਾਂਗੇ where that image is located। so I have in my images folder I have some images। I'm going to use this star.png image। so ਤੁਸੀਂ ਕੋਈ ਵੀ image download ਕਰ ਸਕਦੇ ਹੋ and make sure its size is less around 30 pixel ਕਿਉਂਕਿ ਅਸੀਂ line ਦੀ height 30 पिक्सल ਦੇ ਅਰਾਊਂਡ ਸੈੱਟ ਕੀਤੀ ਹੈ, ਕੁਝ ਇਸ ਦੇ ਅਰਾਊਂਡ ਹੀ ਇਸ ਦੀ ਇਮੇਜ ਦੀ ਵਿਡਥ ਔਰ ਹਾਈਟ ਚਾਹੀਦੀ ਹੈ। ਸੋ ਸੇਵ ਦਿਸ ਇਮੇਜ। ਨਾਓ ਯੂ ਵਿਲ ਚੈੱਕ। ਸੋ ਅਸੀਂ ਇਸ ਦੇ ਸਾਈਡ ਕਲਰ ਨੂੰ ਬਲੈਕ ਹੀ ਰੱਖਾਂਗੇ ਕਿਉਂਕਿ ਇਸ ਦੇ ਨਾਲ ਜੋ ਸਟਾਰ ਦਾ ਕੰਬੀਨੇਸ਼ਨ ਆਏਗਾ। ਸੋ ਤੁਸੀਂ ਚੈੱਕ ਕਰ ਸਕਦੇ ਹੋ ਅਸੀਂ ਸਟਾਰ ਵੀ ਲੈ ਆਂਦੇ ਨੇ ਇਮੇਜ ਦੇ ਉੱਪਰ। ਸਿਮਿਲਰਲੀ ਰਾਈਟ ਸਾਈਡ ਦੇ ਉੱਪਰ ਅਸੀਂ ਇਮੇਜ ਐਡ ਕਰਾਂਗੇ, ਉਸ ਦੇ ਲਈ ਵੀ ਤੁਸੀਂ ਰਾਈਟ ਸਾਈਡ ਬਾਰ ਯੂਜ਼ ਕਰੋਗੇ ਹੈਸ਼ ਯੋਰ ਰਾਈਟ ਸਾਈਡ ਬਾਰ then unordered list and list item and you will add some list style image। so now you can choose some different image। so ਉਸ ਦੇ ਲਈ ਵੀ ਤੁਸੀਂ URL specify ਕਰੋਗੇ ਆਪਣੀ image ਦਾ। I have in images folder some images you can check। so I will use here tc1.png file। so ਅਸੀਂ ਇਸ file ਨੂੰ use ਕਰਾਂਗੇ। so yes this is what we have done so far। last thing is left here, we need to add the footer section। so after this div section we will add another div clearing all these left and right alignments floating। so ਇਸ ਦੇ ਉੱਪਰ ਅਸੀਂ already clear class ਬਣਾਈ ਸੀ in section 1 ਜੋ first video ਸੀ ਉਸ ਦੇ ਵਿੱਚ ਬਣਾਈ ਸੀ part 1 ਦੇ ਅੰਦਰ। so just quickly go through that। so ਸਾਡੇ ਕੋਲ ਇੱਕ class ਹੋਣੀ ਚਾਹੀਦੀ ਹੈ ਜੋ ਕਿ ਹੈ clear। yes clear both it means ਦੋਨੋਂ ਤਰ੍ਹਾਂ ਦੀ floating ਜੋ ਹੈ ਉਹ clear ਕਰ ਦੇਗਾ। so ਇਸ floating class ਨੂੰ clear ਕਰਨ ਤੋਂ ਬਾਅਦ let's add the footer section। now let's add footer section। so footer section ਦੇ ਲਈ ਵੀ ਅਸੀਂ ਇੱਕ ਨਵਾਂ footer section add ਕਰ ਰਹੇ ਹਾਂ id footer ਔਰ ਇਸ ਦੇ ਅੰਦਰ ਕੁਝ ਵੀ heading let's assume I'm going to use here h4 and before that copyright symbol। to copyright symbol ਲਿਖਣ ਦੇ ਲਈ this is some HTML entity is delete। so and copy
semicolon ਨੂੰ use ਕਰਾਂਗੇ, copyright the symbol or mentor Daljit Tech Academy, then copyright the symbol and copy semicolon ਦੇ ਨਾਲ, and then let's mention the year. So this is what we want in our footer section. Now we need to style our footer section. So footer section ਨੂੰ style ਕਰਨਾ, I hope you can do that. So hash footer or footer section ਦੇ ਵਿੱਚ ਸਭ ਤੋਂ ਪਹਿਲੀ ਚੀਜ਼, as you know, we need to specify some background, or background ਅਸੀਂ linear gradient ਹੀ specify ਕਰਨੀ ਹੈ if you want to use there, but I think ਇਸ time ਤੇ ਅਸੀਂ ਜੋ color combination use ਕਰਾਂਗੇ, first it should be cream and then it should be blue, so that looks better. First color cream use ਕਰਾਂਗੇ और उस तो बाद ਅਸੀਂ blue color use ਕਰਾਂਗੇ. Now remove the extra comma here. So ਇਹ ਹੋ ਗਿਆ ਸਾਡੇ ਕੋਲ background color. Need to set its height and its margin as well. So margin ਨੂੰ ਬਿਲਕੁਲ 0 pixel ਕਰ ਦਿੰਦੇ ਹਾਂ. ਉਸ ਤੋਂ ਬਾਅਦ ਇਸ ਦੀ ਕੁਝ height set ਕਰਦੇ ਹਾਂ. Let's give it some 30 pixel and give some padding value as well. So padding 10 pixel ਦਿੰਦੇ ਹਾਂ. Now let's check. जस्ट सेंटर ਦੇ ਵਿੱਚ ਲੈ ਕੇ ਆਣਾ ਰਹਿ ਗਿਆ ਹੈ ਔਰ ਉਸ ਦੇ ਲਈ ਅਸੀਂ ਇਸ ਦੀ ਅਲਾਈਨਮੈਂਟ ਨੂੰ ਸੈਂਟਰ ਕਰ ਦਾਂਗੇ. ਟੈਕਸਟ ਅਲਾਈਨ ਸੈਂਟਰ. ਸੋ ਟੈਕਸਟ ਅਲਾਈਨ ਸੈਂਟਰ ਕਰ ਰਹੇ ਹਾਂ. ਯੈਸ, we need to change the color of the text as well. So color gray ਕਰ ਰਹੇ ਹਾਂ. So this is text color gray. Now this is how we have designed this whole page. This designing is almost complete. I hope you have really enjoyed designing this page with me. किस तरह ਦਾ ਲੱਗਿਆ ਇਹ design और ਤੁਸੀਂ किस ਤਰ੍ਹਾਂ ਦੀ website ਨੂੰ design ਕੀਤਾ? Kindly tell me in the comment box. Take care and bye bye. See you in the next lesson.